हाँ जी, सत श्री अकाल जी सारिਆਂ ਨੂੰ। ਸਾਡੇ ਕੁਐਸਚਨ ਹੋ ਗਏ ਸੀ 43 ਤੱਕ ਕੁਐਸਚਨ ਹੋ ਗਏ ਸੀ। ਆ ਕਰਨ ਲੱਗੇ ਆ 44 ਕੁਐਸਚਨ। ਕਹਿੰਦਾ ਨੇ ਫਰੋਮ ਦਾ ਫੋਲੋਇੰਗ ਸਟਰੋਂਗੈਸਟ ਬੇਸਿਸ, ਜਿਹੜੇ ਆ ਦਿੱਤੇ ਹੋਏ ਆ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਸਟਰੋਂਗੈਸਟ ਬੇਸ ਕਿਹੜਾ ਆ। ਇਹ ਕੁਐਸਚਨ ਕਰਨ ਲਈ ਸਭ ਤੋਂ ਪਹਿਲਾਂ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹਨਾਂ ਦੀਆਂ ਸਟਰਕਚਰਸ ਕਿਸ ਤਰ੍ਹਾਂ ਦੀਆਂ ਹੈ। ਇਹ ਦੇਖੋ, ਸਭ ਤੋਂ ਪਹਿਲਾਂ ਐਨੀਲੀਨ ਬਣਾ ਲਈ। ਇਹ ਵਾਲੀ ਐਨੀਲੀਨ ਹੁੰਦੀ ਆ, ਬੈਂਜ਼ੀਨ ਰਿੰਗ ਉੱਪਰ NH2 ਗਰੁੱਪ ਲੱਗਾ ਹੋਇਆ ਆ। ਫਿਰ ਬਣਾਈ ਆਪਾਂ ਪੈਰਾ ਨਾਈਟਰੋ ਐਨੀਲੀਨ। ਐਨੀਲੀਨ ਆ, ਪੈਰਾ ਪੋਜੀਸ਼ਨ ਤੇ ਨਾਈਟਰੋ ਗਰੁੱਪ ਲਗਾ ਦਿੱਤਾ। ਤੇ ਫਿਰ ਬੈਂਜ਼ਾਈਲ ਅਮੀਨ ਆ ਥਰਡ ਤੇ ਉਹਦੇ ਬਾਅਦ ਚ ਆਰਥੋ ਨਾਈਟਰੋ ਐਨੀਲੀਨ। ਹੁਣ ਦੇਖੋ, ਜਿਹੜਾ ਇਹ ਵਾਲਾ ਕੁਐਸਚਨ ਆ ਨਾ, ਇਹਦੇ ਵਿੱਚ ਉਹਨੇ ਸਟਰੋਂਗੈਸਟ ਬੇਸ ਪੁੱਛਿਆ ਆ। ਠੀਕ ਹੈ, ਇਹ ਕੁਐਸਚਨ ਤੁਹਾਡਾ ਬੜੇ ਆਰਾਮ ਨਾਲ ਨਿਕਲ ਸਕਦਾ ਜੇ ਤੁਸੀਂ ਥੋੜੇ ਟੌਪਿਕ ਪਹਿਲਾਂ ਦੇਖੇ ਹੋਏ ਆ। ਫੋਰ ਐਗਜ਼ਾਮਪਲ, ਜਿਹੜੇ ਇਲੈਕਟ੍ਰੋਨ ਵਿਦ ਡਰਾਇੰਗ ਗਰੁੱਪ ਹੁੰਦਾ ਆ, ਇਹ ਬੇਸਿਕ ਸਟਰੈਂਥ ਨੂੰ ਡਿਕਰੀਜ਼ ਕਰਦਾ ਹੈ। ਬੇਸਿਕ ਸਟਰੈਂਥ ਨੂੰ ਕੀ ਕਰਦਾ ਹੈ? ਇਹ ਇਲੈਕਟ੍ਰੋਨ ਵਿਦ ਡਰਾਇੰਗ ਨੇ ਬੇਸਿਕ ਸਟਰੈਂਥ ਨੂੰ ਡਿਕਰੀਜ਼ ਕਰਨਾ ਆ। ਇਹਦੇ ਵਿੱਚ ਦੇਖੋ, ਆ ਤਾਂ ਇਹ ਵਾਲੇ ਐਨੀਲੀਨ ਆ। ਠੀਕ ਹੈ, ਐਨੀਲੀਨ ਦੇ ਨਾਲ ਜੇ NO2 ਗਰੁੱਪ ਲੱਗ ਗਿਆ, ਇਹਨੇ ਬੇਸਿਕ ਸਟਰੈਂਥ ਨੂੰ ਡਿਕਰੀਜ਼ ਕਰਤਾ, ਇਹਨੇ ਵੀ ਬੇਸਿਕ ਸਟਰੈਂਥ ਨੂੰ ਡਿਕਰੀਜ਼ ਕਰਤਾ। ਮਤਲਬ ਇਹਨਾਂ ਦੋਨਾਂ ਦੀ ਬੇਸਿਸਿਟੀ ਤਾਂ ਘੱਟ ਆ। ਉਹਨੇ ਸਾਨੂੰ ਪੁੱਛਿਆ ਕਿ ਸਭ ਤੋਂ ਜ਼ਿਆਦਾ ਬੇਸਿਕ ਕਿਹੜਾ ਹੋਊਗਾ। ਇਹਦੇ ਵਿੱਚ ਆ ਜਿਹੜੇ ਲੋਨ ਪੇਅਰ ਲੱਗੇ ਹੋਏ ਆ, ਉਹ ਲੋਨ ਪੇਅਰ ਨੂੰ ਆ ਜਿਹੜਾ ਬੈਂਜ਼ੀਨ ਰਿੰਗ ਆ, ਉਹਨੇ ਰੈਜ਼ੋਨੈਂਸ ਦੇ ਕਰਕੇ ਆਪਣੇ ਵੱਲ ਵਿਦਡਰਾ ਕਰ ਲੈਣਾ। ਕਿਤੇ ਨਾ ਕਿਤੇ ਬੈਂਜ਼ੀਨ ਗਰੁੱਪ ਜਿਹੜੀ ਹੁੰਦੀ ਹੈ, ਬੈਂਜ਼ੀਨ ਰਿੰਗ ਹੁੰਦੀ ਹੈ, ਇਹਦਾ ਨੇਚਰ ਵੀ ਇਲੈਕਟ੍ਰੋਨ ਵਿਦ ਡਰਾਇੰਗ ਹੁੰਦਾ, ਤਾਂ ਕਰਕੇ ਇਹਨੇ ਵੀ ਇਲੈਕਟ੍ਰੋਨ ਖਿੱਚਣ ਦੀ ਕੋਸ਼ਿਸ਼ ਕਰਨੀ ਆ। ਬਟ ਜਿਹੜਾ ਬੈਂਜ਼ਾਈਲ ਅਮੀਨ ਆ, ਇਹਦੇ ਵਿੱਚ ਬੈਂਜ਼ੀਨ ਆ, ਬੈਂਜ਼ੀਨ ਦੇ ਨਾਲ ਇੱਕ ਮਿਥਾਈਲ ਗਰੁੱਪ CH2 ਗਰੁੱਪ ਜੁੜਿਆ ਹੋਇਆ ਆ। ਠੀਕ ਹੈ, ਜਿਹਦਾ ਨੇਚਰ ਕਿਹੜਾ ਆ? ਇਹਦਾ ਨੇਚਰ ਮਤਲਬ ਕਿ ਰਿਲੀਜ਼ਿੰਗ ਨੇਚਰ ਆ, ਨਾਲ ਇਹਦੇ ਇੱਕ ਬੈਂਜ਼ੀਨ ਗਰੁੱਪ ਲੱਗਾ ਹੋਇਆ। ਇਹਦੇ ਵਿੱਚ ਆ ਵਿਦ ਡਰਾਇੰਗ ਵਾਲਾ, ਇਹਦੇ ਨਾਲ ਇੱਕ ਅੱਧਾ ਕਿਤੇ ਨਾ ਕਿਤੇ ਡੋਨਰ ਚੀਜ਼ ਲੱਗੀ ਹੋਈ ਆ, ਤਾਂ ਕਰਕੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਬੇਸਿਕ ਜਿਹੜਾ ਆਣਾ ਹੈ ਉਹ ਆਣਾ ਹੈ ਬੈਂਜ਼ਾਈਲ ਅਮੀਨ। ਇਹ ਜੇ ਤੁਹਾਨੂੰ ਇਲੈਕਟ੍ਰੋਨ ਵਿਦ ਡਰਾਇੰਗ ਵਾਲਾ ਤੇ ਇਲੈਕਟ੍ਰੋਨ ਡੋਨੇਟਿੰਗ ਵਾਲਾ ਐਸਿਡਿਕ ਬੇਸਿਕ ਦਾ ਕੰਸੈਪਟ ਕਲੀਅਰ ਆ। ਤੇ ਆ ਡਾਇਗਰਾਮ ਬਣਾਉਣ ਤੋਂ ਬਿਨਾਂ ਹੀ ਤੁਸੀਂ ਮਤਲਬ ਕਿ ਡਾਇਗਰਾਮ ਬਣਾ ਲੈਂਦੇ ਤਾਂ ਤੁਹਾਨੂੰ ਥੋੜੀ ਜ਼ਿਆਦਾ ਕਲੈਰਿਟੀ ਹੋ ਜਾਂਦੀ ਹੈ ਕਿ ਇਹਦਾ ਸਹੀ ਆਨਸਰ ਕਿਹੜਾ ਆ ਸਕਦਾ। ਠੀਕ ਹੈ, ਤਾਂ ਕਰਕੇ ਇਹਦੀ ਜਿਹੜੀ ਐਕੂਰੇਟ ਆਪਸ਼ਨ ਆ ਉਹ ਆਣੀ ਆ ਸਾਡੀ ਥਰਡ ਆਪਸ਼ਨ ਬੈਂਜ਼ਾਈਲ ਅਮੀਨ। ਇਹ ਪੁੱਤਰ ਤਾਂ ਇਹ ਵੀ +2 ਦੇ ਵਿੱਚੋਂ ਹੀ ਕੁਐਸਚਨ ਆ। ਠੀਕ ਹੈ, ਫਿਰ ਉਹਦੇ ਬਾਅਦ ਚ ਅਗਲਾ ਕੁਐਸਚਨ, ਅੱਜ ਮੇਰੇ ਅਕੋਰਡਿੰਗ ਜਿੰਨੇ ਵੀ ਕੁਐਸਚਨ ਸਾਰੇ +2 ਦੇ ਵਿੱਚੋਂ ਹੀ ਆਏ ਹੋਏ ਆ। ਐਕਸਪੈਕਟਡ ਪ੍ਰੋਡਕਟ ਇਨ ਦਾ ਫੋਲੋਇੰਗ ਸੀਕੁਐਂਸ ਆਫ ਰਿਐਕਸ਼ਨਸ। ਇਹ ਸਾਨੂੰ ਐਨੀਲੀਨ ਦਿੱਤੀ ਹੋਈ ਹੈ। ਇਹਦੇ ਵਿੱਚ ਸਭ ਤੋਂ ਪਹਿਲਾਂ ਕਿਆ ਪਾਣਾ ਹੈ? ਐਸੀਟਿਕ ਐਨਹਾਈਡਰਾਈਡ, ਫਿਰ ਉਹਦੇ ਵਿੱਚ ਬਰੋਮੀਨ ਪਾਣੀ ਆ, ਫਿਰ ਉਹਦੇ ਵਿੱਚ ਸਲਫਿਊਰਿਕ ਐਸਿਡ ਤੇ ਵਾਟਰ ਪਾਣਾ ਆ। ਇਹ ਰਿਐਕਸ਼ਨਸ +2 ਦੀਆਂ ਹੀ ਆ। ਐਨੀਲੀਨ ਦੇਖੋ, ਐਨੀਲੀਨ ਆ, ਉਹਦੇ ਵਿੱਚ ਆ 3 ਰਿਐਕਟੈਂਟਸ ਪਾਣੇ ਆ। ਠੀਕ ਹੈ ਨਾ, ਰਿਐਕਟੈਂਟ ਕਹ ਲਓ, ਰੀਏਜੈਂਟ ਕਹ ਲਓ, ਜਿੱਦਾਂ ਤੁਹਾਨੂੰ ਖੁਸ਼ੀ ਮਿਲਦੀ ਹੈ। ਐਨੀਲੀਨ ਲੈ ਕੇ ਸਭ ਤੋਂ ਪਹਿਲਾਂ ਜਦੋਂ ਐਨੀਲੀਨ ਦੇ ਵਿੱਚ ਆਪਾਂ ਐਸੀਟਿਕ ਐਨਹਾਈਡਰਾਈਡ ਪਾਇਆ, ਇਹ ਕੀ ਕਰਦਾ? ਇੱਥੇ 2 ਹਾਈਡਰੋਜਨ ਲੱਗੇ ਹੋਏ ਆ, ਉੱਥੋਂ ਇੱਕ ਹਾਈਡਰੋਜਨ ਇੱਥੋਂ ਬ੍ਰੇਕਡਾਊਨ ਹੁੰਦੀ ਆ। ਆਹ ਵਾਲਾ ਇੱਕ ਹਾਈਡਰੋਜਨ ਤੇ ਆਹ ਵਾਲੇ ਨੇ ਮਿਲ ਕੇ ਐਸੀਟਿਕ ਐਸਿਡ ਬਾਹਰ ਨਿਕਲ ਜਾਣਾ। NHC ਡਬਲ ਬੌਂਡ OCH3 ਐਸੀਟੈਨਾਲਾਈਡ ਬਣ ਜਾਂਦਾ ਹੈ। ਠੀਕ ਹੈ, ਇਹ ਬਣ ਗਿਆ ਐਸੀਟੈਨਾਲਾਈਡ। ਫਸਟ ਐਸੀਟਿਕ ਐਨਹਾਈਡਰਾਈਡ ਪਾਉਣ ਦੇ ਨਾਲ ਇਹ ਵਾਲਾ ਸਾਡਾ ਰਿਐਕਟੈਂਟ ਪ੍ਰੋਡਕਟ ਬਣ ਗਿਆ। ਉਹਨੂੰ ਰਿਐਕਸ਼ਨ ਨੂੰ ਲਿਖ ਕੇ ਦੇਖ ਲੈਣਾ, ਇੱਥੋਂ H ਨਿਕਲ ਕੇ ਉਹਦੀ ਜਗ੍ਹਾ ਤੁਸੀਂ ਆਹ ਸਾਰੀ ਚੀਜ਼ ਜੋੜ ਦੇਣੀ, COCH3 ਐਸੀਟੈਨਾਲਾਈਡ ਬਣ ਗਿਆ। ਹੁਣ ਐਸੀਟੈਨਾਲਾਈਡ ਦੇ ਵਿੱਚ ਜਦੋਂ ਆਪਾਂ ਬਰੋਮੀਨ ਪਾਣੀ ਆ, ਬਰੋਮੀਨ, ਹੁਣ ਉਦਾਂ ਜਦੋਂ ਆਪਾਂ ਬਰੋਮੀਨ ਪਾਣੇ ਆ ਐਨੀਲੀਨ ਦੇ ਵਿੱਚ, ਬਰੋਮੀਨ ਵਾਟਰ, ਉਦੋਂ ਆਰਥੋ ਪੈਰਾ ਸਾਰੀਆਂ ਪੋਜੀਸ਼ਨ ਤੇ BR ਲੱਗ ਜਾਂਦਾ ਆ। ਬਟ ਇਹਦੇ ਵਿੱਚ ਆ ਸਟੇਰਿਕ ਹਿੰਡਰੈਂਸ ਕਰਕੇ ਆ ਜਿਹੜੀਆਂ 2 ਆਰਥੋ ਪੋਜੀਸ਼ਨ, ਤਾਂ ਇੱਥੇ BR ਨਹੀਂ ਲੱਗਣਾ। BR ਸਿਰਫ ਕਿਹੜੀ ਪੋਜੀਸ਼ਨ ਤੇ ਲੱਗਣਾ? ਪੈਰਾ ਪੋਜੀਸ਼ਨ ਤੇ BR ਲੱਗਣਾ ਹੈ। ਠੀਕ ਹੈ, ਮਤਲਬ ਕਿ ਆ ਚੀਜ਼ਾਂ ਤੇ ਆ ਜਿਹੜਾ ਐਸੀਟੈਨਾਲਾਈਡ ਦਾ ਉੱਪਰ ਵਾਲਾ ਗਰੁੱਪ ਆ, ਇਹਨੇ ਆ ਵਾਲੀਆਂ 2 ਆਰਥੋ ਪੋਜੀਸ਼ਨ ਤੇ ਬਰੋਮੀਨ ਐਟਮਸ ਨੂੰ ਲੱਗਣ ਨਹੀਂ ਦੇਣਾ। ਬਰੋਮੀਨ ਸਿਰਫ ਕਿਹੜੀ ਪੋਜੀਸ਼ਨ ਤੇ ਲੱਗਣੀ ਆ? ਪੈਰਾ ਪੋਜੀਸ਼ਨ ਤੇ ਲੱਗਣੀ ਆ।
ਉਹਦੇ ਬਾਅਦ 'ਚ ਜਦੋਂ ਆਪਾਂ ਇਹਦੀ ਐਸਿਡ ਹਾਈਡਰੋਲਿਸਿਸ ਕਰਨੀ ਆ, ਐਸਿਡ ਹਾਈਡਰੋਲਿਸਿਸ ਕਰਨ ਤੇ ਆਹ ਵਾਲਾ ਜਿਹੜਾ ਗਰੁੱਪ ਆ ਇਹਨੇ ਬਾਹਰ ਨਿਕਲ ਜਾਣਾ। ਇਹ ਉੱਪਰ ਵਾਲੇ ਗਰੁੱਪ ਨੇ ਦੁਬਾਰਾ NH2 ਬਣ ਜਾਣਾ। ਸਾਡੇ ਕੋਲ ਕੀ ਬਣ ਗਏ, ਬ੍ਰੋਮੋ ਐਨੀਲੀਨ ਸਾਡਾ ਮੇਨ ਪ੍ਰੋਡਕਟ ਆ ਗਿਆ ਰਿਐਕਸ਼ਨ ਦੇ ਵਿੱਚ। ਹੁਣ ਦੇਖੋ ਬ੍ਰੋਮੋ ਐਨੀਲੀਨ ਸਾਡੀ ਸੈਕਿੰਡ ਆਪਸ਼ਨ ਆ, ਠੀਕ ਆ। ਇਹ ਰਿਐਕਸ਼ਨਸ ਜਿਹੜੀਆਂ ਨਾ ਇਹਨੂੰ ਮਤਲਬ ਕਿ ਵੀਡੀਓ ਪੌਜ਼ ਕਰਕੇ ਇਹਨੂੰ ਨੋਟ ਕਰ ਲਿਓ। ਇਹ ਮਤਲਬ ਕਿ ਵੀ +2 ਦੀਆਂ ਹੀ ਆ, ਕੁਝ ਬਾਹਰੋਂ ਨਹੀਂ ਆਇਆ ਹੋਇਆ ਆ, ਠੀਕ ਹੈ। ਸੌਖਾ ਹੀ ਕੰਮ ਆ। ਕਹਾਣੀ ਫਿਰ ਉਹੀ ਆ ਕਿ 35 ਤੋਂ 40 ਨੰਬਰ ਦਾ ਪੇਪਰ, 5 ਨੰਬਰ ਹੋਰ ਵਧਾ ਦਿੱਤੇ ਮੈਂ ਜਿੱਦਣ ਦਾ ਪੇਪਰ ਸੋਲਵ ਕਰਨ ਡਿਆ। 35 ਤੋਂ 40 ਨੰਬਰ ਦਾ ਪੇਪਰ, 35 ਤੋਂ 40 ਨੰਬਰ ਦਾ ਪੇਪਰ ਮਤਲਬ ਕਿ +2 ਦੇ ਵਿੱਚੋਂ ਹੀ ਆ ਰਿਹਾ। ਆਵੇ ਡਾਇਰੈਕਟ ਕੁਐਸਚਨ ਆ। ਇਹ ਜਿਹੜੇ ਆ ਨਾ ਸੈਪਰੇਸ਼ਨ ਜਾਂ ਡਿਸਟਿੰਗੁਇਸ਼ ਵਾਲੇ ਕੁਐਸਚਨਸ ਹੁੰਦੇ ਆ, ਮਤਲਬ ਕਿ ਐਸਿਟਿਕ ਐਸਿਡ ਮਤਲਬ ਕਿ ਐਲਡੀਹਾਈਡ ਕੀਟੋਨ ਚ ਕਾਹਦੇ ਨਾਲ ਡਿਫਰੈਂਸ਼ੀਏਟ ਕਰ ਸਕਦੇ ਆ, ਸੈਪਰੇਸ਼ਨ ਕਰ ਸਕਦੇ ਆ, ਇਹਨਾਂ ਨੂੰ ਥੋੜਾ ਕੁ ਪੜ੍ਹ ਲੈਣਾ। ਇਹਦੇ ਵਿੱਚੋਂ ਡਾਇਰੈਕਟ ਕੁਐਸਚਨ ਆ ਜਾਂਦਾ ਹੁੰਦਾ, ਜਿੱਦਾਂ ਇਹ ਵਾਲਾ ਆ, reagent used for separation of acetone and acetaldehyde। ਐਸੀਟੋਨ ਤੇ ਐਸੀਟੈਲਡੀਹਾਈਡ ਦੀ ਸੈਪਰੇਸ਼ਨ ਆਪਾਂ ਸੋਡੀਅਮ ਬਾਈਸਲਫਾਈਟ ਨਾਲ ਕਰਦੇ ਹਾਂ, ਠੀਕ ਹੈ ਨਾ। ਇਹ ਡਾਇਰੈਕਟ ਆਪਸ਼ਨ ਆ ਇਹਦੀ। ਇਹਨੂੰ ਜੇ ਪੜ੍ਹਿਆ ਹੁੰਦਾ ਤਾਂ 1 ਨੰਬਰ ਸਾਡਾ ਜੱਕਦਮ ਵੀ +2 ਦੇ ਵਿੱਚੋਂ ਹੀ ਆਇਆ ਹੋਇਆ ਆ, ਠੀਕ ਹੈ। ਫਿਰ ਉਹਦੇ ਬਾਅਦ ਚ ਅਗਲਾ ਸਾਡਾ ਕੁਐਸਚਨ ਹੈਗਾ ਆ 47। ਇਹ ਸਾਡੇ ਕੋਲ ਹੈਗੀ ਐਸੀਟੈਲਡੀਹਾਈਡ, ਉਹਦੇ ਵਿੱਚ ਪਾਣਾ ਆ ਫਾਰਮੈਲਡੀਹਾਈਡ, ਸੋਡੀਅਮ ਹਾਈਡਰੋਕਸਾਈਡ ਪਾਣਾ ਆ, ਹੀਟ ਕਰਨਾ, ਫਿਰ HCN ਪਾ ਕੇ ਹਾਈਡਰੋਲਿਸਿਸ ਕਰਨਾ। ਪਹਿਲਾਂ ਤੇ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਹੈਗਾ ਕੀ ਆ। ਬੇਸ ਪਾਇਆ ਪਹਿਲਾਂ, ਇਹਦੇ ਵਿੱਚ ਬੇਸ ਪਾਉਣ ਤੋਂ ਬਾਅਦ ਚ ਆਪਾਂ ਉਹਨੂੰ ਹੀਟ ਕਰਨਾ ਆ, ਠੀਕ ਹੈ। ਫਿਰ ਅਗਲੇ ਸਟੈਪ ਚ ਕੀ ਆ, ਪਹਿਲਾਂ HCN ਪਾਣਾ ਹੈ, HCN ਪਾਣ ਤੋਂ ਬਾਅਦ ਚ ਆਪਾਂ ਉਹਦੀ ਹਾਈਡਰੋਲਿਸਿਸ ਕਰਨੀ ਹੈ। ਇਹ ਵੀ ਰਿਐਕਸ਼ਨ ਮੈਂ ਲਿਖੀ ਹੋਈ ਹੈ, ਮੈਂ ਤੁਹਾਨੂੰ ਐਜ਼ ਇਟ ਇਜ਼ ਦਿਖਾ ਦਿੰਦਾ। ਬੜੇ ਸੌਖੀ ਰਿਐਕਸ਼ਨ ਤਾਂ ਨਹੀਂ ਆ ਉਦਾਂ। ਜਿਹੜਾ ਫਸਟ ਆ ਨਾ, ਜਦੋਂ ਆਪਾਂ ਆ ਜਿਹੜਾ ਉੱਪਰ ਵਾਲਾ ਸਟੈਪ ਆ, ਇਹਨੂੰ ਵੈਸੇ ਅਲਡੋਲ ਕੰਡੈਂਸੇਸ਼ਨ ਹੁੰਦੀ ਆ। ਇਹ ਆ ਤੁਸੀਂ ਲਿਆ ਫਾਰਮੈਲਡੀਹਾਈਡ, ਐਸੀਟੈਲਡੀਹਾਈਡ ਆ, ਫਾਰਮੈਲਡੀਹਾਈਡ, ਐਸੀਟੈਲਡੀਹਾਈਡ ਆ, ਫਾਰਮੈਲਡੀਹਾਈਡ ਲਿਖ ਲਿਆ, ਐਸੀਟੈਲਡੀਹਾਈਡ ਲਿਖ ਲਿਆ। ਇਹਦੀ ਅਲਡੋਲ ਕੰਡੈਂਸੇਸ਼ਨ ਕਰਵਾਈ ਆ। ਅਲਡੋਲ ਕੰਡੈਂਸੇਸ਼ਨ ਕਿਸ ਤਰ੍ਹਾਂ ਹੋਈ ਆ, ਹੁਣ ਦੇਖੋ। ਪਹਿਲਾਂ ਜਿਹੜਾ ਬੇਸ ਪਾਣੇ ਹੁੰਦੇ ਨਾ, ਬੇਸ ਇੱਥੋਂ ਇੱਕ H ਬਾਹਰ ਕੱਢ ਦਿੰਦਾ, ਇੱਥੇ ਕੀ ਬਣ ਜਾਂਦਾ CH2 ਨੈਗੇਟਿਵ। ਇਹ ਵਾਲਾ CH2 ਨੈਗੇਟਿਵ ਫਿਰ ਇੱਥੇ ਅਟੈਕ ਕਰਦਾ, ਇਹ ਅੱਗੇ ਜਾਣਾ ਆ। ਅਲਡੋਲ ਕੰਡੈਂਸੇਸ਼ਨ ਆ, ਠੀਕ ਹੈ ਨਾ। ਇਹਨੇ ਇਸ ਤਰ੍ਹਾਂ ਜੁੜ ਜਾਣਾ NaOH ਪਾਉਣ ਦੇ ਨਾਲ। ਕਹਾਣੀ ਉਹੀ ਆ, ਫਾਰਮੈਲਡੀਹਾਈਡ ਦੇ ਵਿੱਚ ਐਸੀਟੈਲਡੀਹਾਈਡ ਪਾਇਆ, NaOH ਪਾਉਣ ਦੇ ਨਾਲ ਇੱਥੋਂ ਇੱਕ H ਬਾਹਰ ਨਿਕਲ ਗਿਆ, ਇਹਦਾ ਅਟੈਕ ਹੋਇਆ, ਇੱਧਰ ਗਿਆ, ਠੀਕ ਹੈ। ਇਹ ਬਣ ਗਿਆ ਸਾਡਾ। ਇਹਦੇ ਵਿੱਚ ਅੱਗੇ ਜਦੋਂ ਆਪਾਂ ਇਹਨੂੰ ਹੀਟ ਕਰਨਾ ਆ, ਇਧਰੋਂ H ਤੇ OH ਬਾਹਰ ਨਿਕਲ ਜਾਣਾ ਆ। ਹੀਟ ਕਰਨ ਦੇ ਨਾਲ ਸਾਡੇ ਕੋਲ ਇੱਥੇ ਡਬਲ ਬੌਂਡ ਆ ਜਾਣਾ ਹੈ। ਇੰਨੀ ਚੀਜ਼ ਹੋ ਗਈ। ਇਹ ਬੇਸਿਕਲੀ ਅਲਡੋਲ ਕੰਡੈਂਸੇਸ਼ਨ ਆ। ਜੇ ਤੁਸੀਂ ਪੜ੍ਹੀਓ ਹੋਈ ਤਾਂ ਤੁਹਾਨੂੰ ਬੜੇ ਆਰਾਮ ਨਾਲ ਪਤਾ ਲੱਗ ਜਾਣਾ, ਜੇ ਤੁਸੀਂ ਪੜ੍ਹੀਓ ਹੀ ਨਹੀਂ ਹੋਈ ਫਿਰ ਔਖਾ ਹੋ ਜਾਣਾ, ਠੀਕ ਹੈ। ਤਾਂ ਕਰਕੇ ਕੰਸੈਪਟ ਤੁਸੀਂ ਪੜ੍ਹ ਲੈਣਾ। ਮੈਂ ਤੁਹਾਨੂੰ ਦੱਸ ਦਿੱਤਾ ਕਿ ਟੌਪਿਕ ਕਿਹੜੇ ਚੋਂ ਆ ਰਹੀ ਆ। ਅਲਡੋਲ ਕੰਡੈਂਸੇਸ਼ਨ ਹੋਈ ਇੱਥੇ ਤੱਕ। ਅਲਡੋਲ ਕੰਡੈਂਸੇਸ਼ਨ ਤੋਂ ਅਗਲੇ ਸਟੈਪ ਦੇ ਵਿੱਚ ਆ ਜਿਹੜਾ ਸਾਡਾ ਪ੍ਰੋਡਕਟ ਬਣਿਆ ਐਕਰੋਲੀਨ ਆ, CH2 ਡਬਲ ਬੌਂਡ। ਇਹਦੇ ਵਿੱਚ ਆਪਾਂ HCN ਪਾਣਾ। HCN ਦੇ ਵਿੱਚੋਂ ਆ ਪੋਜ਼ਿਟਿਵ ਹੁੰਦਾ, ਇਹ ਨੈਗੇਟਿਵ ਹੁੰਦਾ। ਜਿਹੜਾ CN ਆ ਇਹਨੇ ਆਹ ਵਾਲੇ ਕਾਰਬਨ ਤੇ ਅਟੈਕ ਕਰਨਾ, ਆਹ ਬੌਂਡ ਨੇ ਇੱਧਰ ਸ਼ਿਫਟ ਹੋ ਜਾਣਾ ਹੈ, ਠੀਕ ਹੈ। ਇਹ ਬੌਂਡ ਇੱਧਰ ਸ਼ਿਫਟ ਹੋ ਗਿਆ, ਉਹਦੇ ਨਾਲ CN ਲੱਗ ਗਿਆ। ਆ ਜਿਹੜਾ ਇੱਧਰ ਸ਼ਿਫਟ ਹੋ ਗਿਆ, ਇੱਥੇ ਨੈਗੇਟਿਵ ਚਾਰਜ ਆ ਗਿਆ, ਨੈਗੇਟਿਵ ਦੇ ਨਾਲ ਆ H ਪੋਜ਼ਿਟਿਵ ਜੁੜ ਕੇ ਸਾਡੀ ਆਹ ਚੀਜ਼ ਬਣ ਗਈ ਇੰਨੀ। ਇਹ ਵਾਲੇ ਸਟੈਪ ਤੋਂ ਅਗਲੇ ਦੇ ਵਿੱਚ ਜਦੋਂ ਆਪਾਂ ਇਹਦੀ ਹਾਈਡਰੋਲਿਸਿਸ ਕਰਨੀ ਹੈ, ਹਾਈਡਰੋਲਿਸਿਸ ਨਾਲ ਜਿਹੜਾ CN ਗਰੁੱਪ ਹੁੰਦਾ ਆ, ਇਹਨੇ ਪੂਰੇ ਐਸਿਡ ਦੇ ਵਿੱਚ ਕਨਵਰਟ ਹੋ ਜਾਣਾ। ਕੀ ਬਣ ਗਿਆ CH2 ਡਬਲ ਬੌਂਡ CH, ਮਤਲਬ ਕਿ ਆਹ ਸਾਰਾ ਤਾਂ ਸੇਮ ਏਰੀਆ। ਜਿਹੜਾ CN ਸੀਗਾ ਇਹਦੀ ਜਗ੍ਹਾ ਕੀ ਬਣ ਗਿਆ COOH। ਇਹ ਵੀ ਜਿਹੜੀਆਂ ਦੋਨੋਂ ਰਿਐਕਸ਼ਨਸ ਆ, ਜਿਹੜਾ 3704 ਵਾਲਾ ਪੇਪਰ ਸੀਗਾ ਉਹਦੇ ਵਿੱਚ ਸਿਰਫ ਇਸ ਵਾਰ ਅਲਡੋਲ ਹੀ ਆਈ ਹੋਈ ਸੀ, ਬਟ ਇਹਦੇ ਵਿੱਚ ਦੇਖੋ ਉਹਨਾਂ ਨੇ 2 ਰਿਐਕਸ਼ਨਸ ਇਕੱਠੀਆਂ ਕਰਕੇ ਪੁੱਛ ਲਈਆਂ ਹੋਈਆਂ। ਹੈਗਾ ਕੋਈ ਔਖਾ ਕੰਮ ਨਹੀਂਗਾ। ਜੇ ਤੁਸੀਂ ਪੜ੍ਹਿਆ ਹੋਇਆ ਤਾਂ ਬੜੇ ਆਰਾਮ ਨਾਲ ਇਹ ਕੁਐਸਚਨ ਨਿਕਲ ਜਾਣਾ ਆ, ਠੀਕ ਹੈ। ਟੈਨਸ਼ਨ ਨਹੀਂ ਲੈਣੀ। ਇਹਨੂੰ ਵੀ ਪੁੱਤਰ ਨੋਟ ਕਰ ਲਿਓ, ਇੰਪੋਰਟੈਂਟ ਆ ਇਹ, ਠੀਕ ਆ। ਅਲਡੋਲ ਆ, ਉਹਦੇ ਬਾਅਦ ਚ HCN ਦੀ ਰਿਐਕਸ਼ਨ, ਉਹ ਐਲਡੀਹਾਈਡ ਗਰੁੱਪ ਤੇ ਅਟੈਕ ਕੀਤਾ ਤੇ ਉਹਦੀ ਹਾਈਡਰੋਲਿਸਿਸ ਕਰ ਦਿੱਤੀ ਹੈ। ਕੰਸੈਪਟ ਜ਼ਰੂਰ ਪੜੋ, ਓਕੇ। ਫਿਰ ਉਹਦੇ ਬਾਅਦ ਚ ਨੈਕਸਟ ਕੁਐਸਚਨ ਆ ਸਾਡਾ, ਕਹਿੰਦਾ ਪ੍ਰੋਡਕਟ Z ਆਪਾਂ ਇਹਦੇ ਵਿੱਚ ਦੱਸਣਾ। ਹੁਣ ਦੇਖੋ ਪਹਿਲਾਂ ਐਲਕੋਹਲ ਆ, ਉਹਦੇ ਵਿੱਚ ਫਾਸਫੋਰਸ ਆਇਓਡੀਨ ਪਾਈ ਆ,
ਫਿਰ ਉਹਦੇ ਵਿੱਚ Mg ਪਾਇਆ, ਫਿਰ ਆ ਵਾਲੀ ਰਿਐਕਸ਼ਨ ਕਰਵਾਈ ਆ। ਹੁਣ ਦੇਖੋ ਮੈਂ ਤੁਹਾਨੂੰ ਸਿੰਪਲ ਦੱਸ ਦਿੰਨਾ ਇਹ ਰਿਐਕਸ਼ਨ ਪੜ੍ਹ ਕੇ। ਇਹਦੇ ਵਿੱਚ ਪਹਿਲਾਂ OH ਦੀ ਜਗ੍ਹਾ I ਲੱਗ ਜਾਣੀ ਆ, ਠੀਕ ਹੈ। ਫਿਰ ਉਹਦੇ ਵਿੱਚ ਜਿਹੜਾ Mg ਪਾਣਾ, ਫਿਰ ਗ੍ਰਿਗਨਾਰਡ ਰੀਏਜੈਂਟ ਬਣ ਜਾਣਾ। ਉਹਦੇ ਬਾਅਦ 'ਚ ਗ੍ਰਿਗਨਾਰਡ ਰੀਏਜੈਂਟ ਦਾ ਫਾਰਮੈਲਡੀਹਾਈਡ ਤੇ ਅਟੈਕ ਕਰਵਾ ਕੇ ਉਹਦੀ ਐਸਿਡ ਹਾਈਡਰੋਲਿਸਿਸ ਕਰ ਦੇਣੀ ਹੈ, ਠੀਕ ਹੈ ਜੀ। ਮੈਂ ਰਿਐਕਸ਼ਨ ਲਿਖੀ ਹੋਈ ਹੈ, ਦੇਖੋ ਪਹਿਲਾਂ ਸਾਡੇ ਕੋਲ ਆ ਸੀਗਾ ਐਲਕੋਹਲ, ਇਥਾਈਲ ਐਲਕੋਹਲ, ਉਹਦੇ ਵਿੱਚ ਆ ਚੀਜ਼ ਪਾਈ। ਆਹ ਵਾਲਾ ਜਿਹੜਾ OH ਗਰੁੱਪ ਆ ਇਹਦੀ ਜਗ੍ਹਾ ਆਇਓਡੀਨ ਲੱਗ ਗਈ, I ਲੱਗ ਗਿਆ। ਜਿਸ ਨਾਲ ਆਪਾਂ ਇਹਦੇ ਵਿੱਚ ਅਗਲੇ ਸਟੈਪ 'ਚ ਪਾਇਆ ਮੈਗਨੀਸ਼ੀਅਮ ਈਥਰ ਪਾਇਆ, Mg ਈਥਰ। Mg ਇਹਨਾਂ ਦੋਨਾਂ ਦੇ ਜਾ ਕੇ ਸੈਂਟਰ 'ਚ ਬੈਠ ਜਾਂਦਾ, ਕੀ ਬਣ ਗਿਆ CH3 CH2 Mgi, ਮਤਲਬ ਕਿ ਇਹਨਾਂ ਦੇ ਗੱਭੇ ਜਾ ਕੇ Mg ਬੈਠ ਗਿਆ। ਇਹ ਬਣ ਗਿਆ ਸਾਡਾ ਗ੍ਰਿਗਨਾਰਡ ਰੀਏਜੈਂਟ RMgX, ਠੀਕ ਹੈ। ਹੁਣ ਇਹਦਾ ਜਿਹੜਾ ਅਟੈਕ ਕਰਵਾਉਣਾ ਆ ਆਹ ਵਾਲੇ ਗਰੁੱਪ ਤੇ ਫਾਰਮੈਲਡੀਹਾਈਡ ਤੇ। ਫਾਰਮੈਲਡੀਹਾਈਡ ਨੂੰ ਇਸ ਤਰ੍ਹਾਂ ਲਿਖ ਲਿਆ, ਜਿਸ ਨਾਲ ਇਹਦਾ ਐਡ ਕਰਵਾਉਣਾ ਜਿਹੜਾ R ਨੈਗੇਟਿਵ ਹੁੰਦਾ, MgX ਆ ਪੋਜ਼ਿਟਿਵ ਹੁੰਦਾ। R ਨੈਗੇਟਿਵ ਨੇ ਜਿਹੜਾ ਅਟੈਕ ਕਰਨਾ ਆਹ ਵਾਲੀ ਕਾਰਬਨ ਤੇ, ਆਹ ਬੌਂਡ ਨੇ ਅੱਗੇ ਅਕਮੂਲੇਟ ਹੋ ਜਾਣਾ ਤੇ ਆਹ ਜਿਹੜਾ ਪੋਜ਼ਿਟਿਵ ਪਾਰਟ ਆ ਉੱਪਰ ਜੁੜ ਜਾਣਾ। ਉਹ Mgi ਉੱਪਰ ਜੁੜ ਗਿਆ, ਆ CH2 ਇੱਧਰ ਜੁੜ ਗਿਆ, CH2 CH3 ਇਸ ਤਰ੍ਹਾਂ ਜੁੜ ਗਿਆ। OMg ਆ ਵਾਲਾ ਹੈ, Mgi ਉੱਪਰ ਚਲਾ ਗਿਆ, CH2 CH3 ਇੱਧਰ ਜੁੜ ਗਿਆ, ਜਿਸ ਤਰ੍ਹਾਂ ਮੈਂ ਐਰੋ ਲਗਾਏ ਹੋਏ ਆ, ਠੀਕ ਹੈ। ਅਗਲੇ ਸਟੈਪ ਦੇ ਵਿੱਚ ਜਿਹੜਾ ਹਾਈਡਰੋਲਿਸਿਸ ਕੀਤੀ ਆ ਅਡਾ ਦਿਓ, ਇਹਦੀ ਜਗ੍ਹਾ H ਲਾ ਦਿਓ। ਸਾਡੇ ਕੋਲ ਕੀ ਬਣ ਗਿਆ, ਇਹ 1 2 3 ਪ੍ਰੋਪੇਨ 1 ਓਲ ਬਣ ਗਿਆ, ਠੀਕ ਹੈ ਨਾ। ਬੜਾ ਸਿੰਪਲ ਆ, ਇਹ ਵੀ +2 ਦੀ ਹੀ ਰਿਐਕਸ਼ਨ ਆ, ਠੀਕ ਹੈ। ਦੇਖੋ ਕੀ ਰਿਐਕਸ਼ਨ ਬਣ ਗਿਆ ਸਾਡਾ 1 ਪ੍ਰੋਪੇਨ ਓਲ, ਠੀਕ ਹੈ। ਇਸ ਤਰ੍ਹਾਂ ਕੁਐਸਚਨਸ ਜਿਹੜੇ ਅੱਜ ਕੁਐਸਚਨ ਕਰ ਰਹੇ ਆ ਸਾਰੇ +1 +2 ਦੇ ਹੀ ਆ। ਜੇ ਆਪਾਂ ਉਹ ਤੋਂ ਅਗਲੇ ਕੁਐਸਚਨ ਦੀ ਗੱਲ ਕਰੀਏ 49 ਆ, ਦਾ ਪ੍ਰੋਡਕਟ ਆਫ ਐਸਿਡ ਕੈਟਾਲਾਈਜ਼ਡ ਹਾਈਡਰੋਜਨ ਆਫ 2 ਫਿਨਾਈਲ ਪ੍ਰੋਪੀਨ, ਮਤਲਬ ਕਿ ਜਿਹੜਾ 2 ਫਿਨਾਈਲ ਪ੍ਰੋਪੀਨ ਆ ਉਹਦੇ ਵਿੱਚ ਹਾਈਡਰੇਸ਼ਨ ਮਤਲਬ ਆਪਾਂ ਵਾਟਰ ਐਡ ਕਰਨਾ ਹੈ, ਐਸਿਡ ਮਤਲਬ ਐਸਿਡ ਦੀ ਪ੍ਰੈਜ਼ੈਂਸ ਆਪਾਂ ਵਾਟਰ ਐਡ ਕਰਨਾ ਹੈ, ਠੀਕ ਹੈ। ਕਾਦੇ ਵਿੱਚ 2 ਫਿਨਾਈਲ ਪ੍ਰੋਪੀਨ ਦੇ ਵਿੱਚ। ਹੁਣ ਐਸਿਡ ਪਹਿਲਾਂ 2 ਫਿਨਾਈਲ ਪ੍ਰੋਪੀਨ ਬਣਾਈ ਹੈ 1 2 3 2 ਫਿਨਾਈਲ ਪ੍ਰੋਪੀਨ ਬਣਾ ਲਈ। ਇਹਦੇ ਐਸਿਡ ਹਾਈਡਰੇਸ਼ਨ ਕਰਨੀ ਹੈ, ਮਤਲਬ ਪਹਿਲਾਂ ਵਾਟਰ ਐਡ ਕਰਨਾ ਹੈ ਐਸਿਡ ਦੀ ਪ੍ਰੈਜ਼ੈਂਸ ਦੇ ਵਿੱਚ। ਜਦੋਂ ਹੁਣ ਇਹਦੇ ਵਿੱਚ ਐਸਿਡ ਪਾਣੇ, ਹੁਣ ਦੋ ਪੋਸੀਬਿਲਿਟੀਜ਼ ਆ, ਜਾਂ ਤਾਂ H ਇੱਧਰ ਜੁੜ ਸਕਦਾ ਜਾਂ H ਇੱਧਰ ਜੁੜੂਗਾ। ਜੇ H ਇਸ ਪਾਸੇ ਜੁੜਦਾ ਪਿਆ ਤਾਂ ਇਹ ਸੈਕੰਡਰੀ ਕਾਰਬੋਕਟਾਈਨ ਬਣਨਾ ਹੈ, ਜੇ H ਇਸ ਪਾਸੇ ਜੁੜ ਗਿਆ ਤੇ ਪ੍ਰਾਇਮਰੀ ਕਾਰਬੋਕਟਾਈਨ ਬਣਨਾ ਹੈ। ਸਾਨੂੰ ਪਤਾ ਸੈਕੰਡਰੀ ਕਾਰਬੋਕਟਾਈਨ ਸਟੇਬਲ ਹੁੰਦਾ ਹੈ, ਤਾਂ ਕਰਕੇ H ਇੱਧਰ ਜੁੜ ਗਿਆ, ਆਹ ਵਾਲਾ ਸਾਡੇ ਕੋਲ ਬਣ ਗਿਆ ਸੈਕੰਡਰੀ ਕਾਰਬੋਕਟਾਈਨ, ਠੀਕ ਹੈ। ਹੁਣ ਵਾਟਰ ਦੇ ਵਿੱਚੋਂ OH ਨੈਗੇਟਿਵ ਰਹਿ ਗਿਆ, OH ਨੈਗੇਟਿਵ ਨੇ ਆਹ ਵਾਲੇ ਪੋਜ਼ਿਟਿਵ ਨਾਲ ਜੁੜ ਕੇ ਸਾਡਾ ਆਹ ਪ੍ਰੋਡਕਟ ਬਣਾਤਾ, H ਪੋਜ਼ਿਟਿਵ ਬਾਹਰ ਚਲਾ ਗਿਆ, ਠੀਕ ਹੈ। ਇਹ ਵੀ 1 ਮਿੰਟ ਦਾ ਕੰਮ ਸੀਗਾ, 1 ਮਿੰਟ ਵੀ ਜ਼ਿਆਦਾ ਕਹਿ ਦਿੱਤਾ। ਮਤਲਬ ਕਿ ਤੁਸੀਂ ਪਹਿਲਾਂ ਕੁਐਸਚਨ ਪੜ੍ਹਨਾ ਚੰਗੀ ਤਰ੍ਹਾਂ, ਉਹਦੇ ਵਿੱਚ ਕਹਿ ਕੀ ਰਿਹਾ ਆ। ਹੁਣ ਇਹ ਕੁਐਸਚਨ ਤਾਂ ਨਿਕਲਨੇ ਆ ਜੇ ਤੁਸੀਂ ਜਿਹੜੇ ਕਨਸੈਪਟ +1 +2 ਵਾਲੇ ਪੜ੍ਹੇ ਹੋਏ ਆ। ਟਾਈਮ ਲਾ ਲਓ ਚਾਹੇ ਥੋੜਾ, ਬਟ ਜੇ ਤੁਸੀਂ +1 +2 ਦੀ ਆਰਗੈਨਿਕ ਵਾਲੀਆਂ ਰਿਐਕਸ਼ਨਸ ਲਗਭਗ ਲਿਖ ਕੇ ਦੇਖ ਲਓ, ਠੀਕ ਹੈ ਨਾ। ਜੇ ਤੁਹਾਨੂੰ ਉਹ ਯਾਦ ਹੋ ਗਈਆਂ ਇਹ ਕੁਐਸਚਨਸ ਮਿੰਟੋ ਮਿੰਟ ਹੀ ਨਿਕਲਨੇ ਆ। ਫਿਰ ਸਾਡਾ ਜਿਹੜਾ ਅਗਲਾ ਕੁਐਸਚਨ ਆ ਗਿਆ, ਇਹ ਵੀ ਨਿਕਲ ਗਿਆ, ਇਹਦਾ ਬਣ ਗਿਆ, ਦੇਖੋ ਨਾਮ ਕੀ ਬਣਿਆ, ਆਹ ਤਾਂ ਬਣ ਗਿਆ। ਹੁਣ ਨਾਮ ਦੇਖੋ 1 2 3 2 ਫਿਨਾਈਲ ਪ੍ਰੋਪੇਨ 2 ਓਲ, 2 ਫਿਨਾਈਲ 2 ਪ੍ਰੋਪੇਨ ਓਲ, ਠੀਕ ਹੈ ਨਾ। ਆਹ ਵਾਲਾ ਬਣ ਗਿਆ। ਆ ਦੇਖੋ ਉਹਨਾਂ ਨੇ ਮਤਲਬ ਕਿ ਕੁਐਸਚਨ ਨੂੰ ਲੰਬਾ ਕਿਸ ਤਰ੍ਹਾਂ ਕੀਤਾ ਆ, ਰਿਐਕਸ਼ਨ ਡਾਇਰੈਕਟ ਨਹੀਂ ਪੁੱਛੀ ਹੋਈ ਆ, ਨੇਮ ਦਿੱਤਾ ਹੋਇਆ। ਪਹਿਲਾਂ ਆਪਾਂ ਨੇਮ ਤੋਂ ਰਿਐਕਟੈਂਟ ਬਣਾਈਏ, ਫਿਰ ਉਹਦੇ ਵਿੱਚ ਰੀਏਜੈਂਟ ਐਡ ਕਰੀਏ, ਫਿਰ ਪ੍ਰੋਡਕਟ ਬਣਾ ਕੇ ਉਹਦਾ ਨਾਮ ਲਿਖ ਕੇ ਫਿਰ ਕੁਐਸਚਨ ਕੱਢਣਾ ਹੈ, ਠੀਕ ਹੈ। ਇਹ ਵੀ ਜਿਹੜੀ ਰਿਐਕਸ਼ਨ ਹੈ ਇਹਨੂੰ ਨੋਟ ਕਰ ਲਿਓ, ਵੀਡੀਓ ਪੌਜ਼ ਕਰਕੇ ਤੇ ਦੇਖਿਓ ਕਿ ਕਿੰਨਾ ਔਖਾ ਕਿਤੇ ਪੇਪਰ ਆ ਰਿਹਾ। ਜੇ ਤੁਸੀਂ ਸਮਝ ਕੇ ਜਾਓਗੇ ਤਾਂ ਤੁਹਾਡੇ ਕੁਐਸਚਨ ਬੜੇ ਆਰਾਮ ਨਾਲ ਨਿਕਲਣੇ ਆ, ਠੀਕ ਹੈ। ਫਿਰ ਆ ਹੈਗਾ ਐਕਰਾਈਲਿਕ ਐਸਿਡ ਰਿਐਕਟਸ ਵਿਦ HBr। ਇਹ ਜਿਹੜਾ ਐਕਰਾਈਲਿਕ ਐਸਿਡ ਹੋ ਗਿਆ, ਮਤਲਬ ਕਿ ਥੋੜੇ ਕੁ ਕਾਮਨ ਨੇਮ ਇਦਾਂ ਦੇ ਹੁੰਦੇ ਆ ਐਸਿਡ ਦੇ ਜਾਂ ਐਲਡੀਹਾਈਡਸ ਦੇ, ਜਿਹੜੇ ਵਾਰ-ਵਾਰ ਪੁੱਛੇ ਜਾਂਦੇ ਆ। ਜਿੱਦਾਂ ਐਕਰਾਈਲਿਕ ਐਸਿਡ ਹੋ ਗਿਆ, ਐਕਰੋਲੀਨ ਹੋ ਗਿਆ, ਇਦਾਂ ਦੇ ਕਾਫੀ ਵਾਰ ਪੁੱਛੇ ਹੋਏ ਆ ਪੇਪਰਾਂ ਦੇ ਵਿੱਚ। ਐਕਰਾਈਲਿਕ ਐਸਿਡ ਨੂੰ ਕਿਹਦੇ ਨਾਲ ਰਿਐਕਟ ਕਰਵਾਇਆ, HBr ਦੇ ਨਾਲ। ਆਪਾਂ ਦੇਖਣਾ ਕਿ ਕੀ ਪ੍ਰੋਡਕਟ ਬਣੂਗਾ। ਸਭ ਤੋਂ ਪਹਿਲਾਂ ਦੇਖੋ ਆ ਐਕਰਾਈਲਿਕ ਐਸਿਡ ਬਣਾ ਲਿਆ, ਐਕਰੋਲੀਨ ਦੇ ਵਿੱਚ ਇੱਥੇ ਐਲਡੀਹਾਈਡ ਹੁੰਦਾ, ਇਹ ਬਣ ਗਿਆ CH। ਇਹ ਐਕਰਾਈਲਿਕ ਐਸਿਡ ਦਾ ਫਾਰਮੂਲਾ ਹੁੰਦਾ ਆ,
ਇਹਦੇ ਵਿੱਚ ਜਦੋਂ ਆਪਾਂ HBr ਪਾਇਆ, ਹੁਣ ਦੇਖੋ ਇਹਦੇ ਅਕ੍ਰੋਸ ਤਾਂ ਐਡੀਸ਼ਨ ਹੋਈ ਨਹੀਂ। ਹੁਣ ਹੋਇਆ ਕਿ ਇਹਦੇ ਜਿਹੜੀ ਕਹਾਣੀ ਕਿਸ ਤਰ੍ਹਾਂ ਚੱਲੀ ਆ, ਆਹ ਵਾਲਾ ਬੌਂਡ ਇੱਧਰ ਸ਼ਿਫਟ ਹੋ ਗਿਆ, ਆਹ ਵਾਲਾ ਬੌਂਡ ਆਕਸੀਜਨ ਤੇ ਚਲਾ ਗਿਆ। ਜੇ ਹੁਣ ਆ ਇੱਧਰ ਚਲਾ ਗਿਆ, ਇਹਦੇ ਕੋ ਇੱਥੇ ਪੋਜ਼ਿਟਿਵ ਚਾਰਜ ਆ ਜਾਣਾ, ਆਹ ਤਾਂ ਬੌਂਡ ਇੱਧਰ ਸ਼ਿਫਟ ਹੋ ਗਿਆ, ਇੱਧਰਲੇ ਪਾਸੇ ਨੈਗੇਟਿਵ ਚਾਰਜ ਆ ਜਾਣਾ, ਇੰਨਾ ਹੋ ਗਿਆ। ਹੁਣ H ਤੇ Br ਦੇ ਵਿੱਚੋਂ H ਕੀ ਹੁੰਦਾ ਪੋਜ਼ਿਟਿਵ, Br ਕੀ ਹੁੰਦਾ ਨੈਗੇਟਿਵ। Br ਨੇ ਨੈਗੇਟਿਵ ਨੇ ਇੱਧਰ ਐਡ ਹੋ ਜਾਣਾ, CH2 ਦੇ ਨਾਲ ਲੱਗ ਗਿਆ, ਤੇ ਆ ਜਿਹੜਾ ਪੋਜ਼ਿਟਿਵ ਆ ਇਹ ਇਹਦੇ ਨਾਲ ਜਾ ਕੇ ਆ ਦੇਖੋ OH ਲੱਗ ਗਿਆ, Br ਇੱਧਰ ਲੱਗ ਗਿਆ, ਆ ਆਕਸੀਜਨ ਦੇ ਨਾਲ H ਲੱਗ ਗਿਆ, ਇੰਨਾ ਹੋ ਗਿਆ। ਹੁਣ ਬਟ ਜਿਹੜਾ ਆਹ ਕੰਪਾਊਂਡ ਬਣਿਆ ਸਾਡਾ ਕਿਤੇ ਨਾ ਕਿਤੇ ਥੋੜਾ ਅਨਸਟੇਬਲ ਹੁੰਦਾ ਆ, ਅਨਸਟੇਬਲ ਹੋਣ ਦੇ ਕਰਕੇ ਇਹਦੀ ਫਿਰ ਟੋਟੋਮਰਿਜ਼ਮ ਹੋ ਗਈ ਹੈ। ਟੋਟੋਮਰਿਜ਼ਮ ਕਿਸ ਤਰ੍ਹਾਂ ਹੋਈ ਹੈ, ਆ ਜਿਹੜਾ H ਗਰੁੱਪ ਆ ਇਹ ਵਾਲਾ ਬੌਂਡ ਇੱਧਰ, ਇਹ ਟੋਟੋਮਰਿਜ਼ਮ ਇਸ ਤਰ੍ਹਾਂ ਹੀ ਹੋਈ, ਉਦਾਂ ਮੈਂ ਤੁਹਾਨੂੰ ਬਣਾ ਕੇ ਦੱਸਦਾ। ਇਹ ਵਾਲੀ ਕਹਾਣੀ ਆ, ਠੀਕ ਹੈ ਨਾ। ਕੰਪਾਊਂਡ ਨੂੰ ਮੈਂ ਇਸ ਤਰ੍ਹਾਂ ਲਿਖਿਆ। ਹੁਣ ਟੋਟੋਮਰਿਜ਼ਮ ਹੁੰਦਾ ਕੀ ਆ, ਆਹ ਵਾਲੇ H ਨੇ ਇੱਧਰ ਸ਼ਿਫਟ ਹੋ ਜਾਣਾ, ਠੀਕ ਹੈ, ਜਾਂ ਆਹ ਇਦਾਂ ਕਰਨਾ, ਇਦਾਂ ਕਰੋ, ਆਹ ਵਾਲੇ ਬੌਂਡ ਨੂੰ ਇੱਧਰ ਸ਼ਿਫਟ ਕਰ ਦਿਓ, ਆਹ ਜਿਹੜਾ H ਆ ਇਹਨੇ ਇਹਦੇ ਕੋਲ ਚਲ ਜਾਣਾ, ਇੱਥੇ ਆ ਕੇ ਕੀ ਬਣ ਜਾਣਾ CH2, ਆਹ ਵਾਲੇ ਇੱਧਰ ਡਬਲ ਬੌਂਡ ਆ ਜਾਣਾ, ਠੀਕ ਹੈ ਜੀ। ਇਸ ਤਰ੍ਹਾਂ ਕਹਾਣੀ ਹੋਣੀ ਹੈ, ਇੱਥੇ CH2 ਬਣ ਜਾਣਾ, ਇੱਧਰ ਡਬਲ ਬੌਂਡ ਆ ਜਾਣਾ, ਠੀਕ ਹੈ ਨਾ। ਜਿਹੜੀ ਕੀਟੋ ਇਨੋਲ ਫਾਰਮ ਹੁੰਦੀ ਹੈ ਉਹ ਵਾਲੀ ਇਹ ਟੋਟੋਮਰਿਜ਼ਮ ਹੋ ਗਈ, ਠੀਕ ਹੈ। ਇਸ ਤਰ੍ਹਾਂ ਤੁਸੀਂ ਕੁਐਸਚਨ ਕਰਨੇ ਆ। ਹੁਣ ਇਹਦੇ ਜਿਹੜੇ ਜ਼ਿਆਦਾਤਰ ਕੁਐਸਚਨ ਆ, ਜੇ ਟੋਟੋਮਰਿਜ਼ਮ ਨਹੀਂ ਸਮਝ ਆਈ ਤਾਂ ਮੈਂ ਤੁਹਾਨੂੰ ਵੱਖਰੇ ਟੌਪਿਕ ਦੇ ਵਿੱਚ ਵੀ ਦੱਸੀ ਹੋਈ ਆ। ਮਤਲਬ ਕਿ ਕੀਟੋ ਇਨੋਲ ਫਾਰਮ ਹੁੰਦੀ ਆ, ਆ ਹੈਗੀ ਆ ਇਨੋਲ ਫਾਰਮ, ਇਹਦੇ ਤੋਂ ਆ ਕੀਟੋ ਫਾਰਮ ਬਣ ਗਈ ਹੈ, ਠੀਕ ਹੈ। ਇਹ ਆ ਜਿਹੜੇ ਆਹ ਵਾਲਾ ਪੇਪਰ ਸੀਗਾ ਨਾ 3582 ਵਾਲਾ, ਲਗਭਗ ਇਹਦੇ ਸਾਰੇ ਕੁਐਸਚਨਸ ਜਿਹੜੇ ਆ +1 +2 ਦੇ ਵਿੱਚੋਂ ਆ 3 ਤੋਂ 4 ਕੁਐਸਚਨ ਸੀਗੇ ਜਿਹੜੇ ਮੈਂ ਤੁਹਾਨੂੰ ਉਦਾਂ ਹੀ ਸਕਿਪ ਕਰਵਾਏ ਆ, ਠੀਕ ਹੈ ਨਾ, ਸਿਰਫ ਉਹਨਾਂ ਦਾ ਆਨਸਰ ਦੱਸ ਸਕੀ ਕਿਉਂਕਿ ਉਹ ਨਹੀਂ ਮਿਲੇ ਮੈਨੂੰ। ਬਟ ਇਹ ਜ਼ਿਆਦਾਤਰ ਕੁਐਸਚਨ ਇਸੇ ਤਰ੍ਹਾਂ ਆਉਂਦੇ ਆ, ਤਾਂ ਮਿਹਨਤ ਲਾਓ, +1 +2 ਜ਼ਰੂਰ ਚੰਗੀ ਤਰ੍ਹਾਂ ਕਰੋ, ਠੀਕ ਹੈ। ਇਹ ਕਰਕੇ ਮੈਂ ਅਗਲਾ ਪੇਪਰ ਵੀ ਕੋਸ਼ਿਸ਼ ਕਰੂੰਗਾ ਕਿ ਸੋਲਵ ਕਰ ਦਵਾਂ। ਥੈਂਕ ਯੂ ਬੇਟਾ।